महा कार्टून टीवी। ਖੂਫੀਆ ਰਾਹ। ਏਲੀਅਨ ਦੇ ਹਾਦਸੇ ਦੇ ਬਾਅਦ ਸ਼ਿਕਾਰਪੁਰ ਜੰਗਲ ਦੇ ਵਿੱਚ ਹੁਣ ਕਾਫੀ ਰੌਣਕ ਸੀ। ਸਾਰੇ ਹੁਣ ਬਹੁਤ ਖੁਸ਼ ਸੀ ਅਤੇ ਇੱਕ ਦੂਜੇ ਨਾਲ ਹੱਸ ਖੇਡ ਰਹੇ ਸੀ। ਪਰ ਇੱਕ ਰਾਤ ਜਦ ਸਾਰੇ ਉਹ ਸੋ ਰਹੇ ਸੀ ਤੇ ਇੱਕਦਮ ਜੰਗਲ 'ਚ ਚੀਕਣ ਦੀ ਆਵਾਜ਼ ਆਉਣ ਲੱਗੀ। ਜਾਨਵਰਾਂ ਦੇ ਚੀਕਣ ਦੀ ਆਵਾਜ਼ਾਂ ਸੁਣ ਪੇਲੂ ਭਰਾ, ਪਿੰਟੂ ਅਤੇ ਦੁਖੀ ਦੇਵੀ ਬਾਹਰ ਆ ਗਏ। ਜਿਵੇਂ ਹੀ ਤਿੰਨਾਂ ਨੇ ਬਾਹਰ ਆ ਵੇਖਿਆ ਤੇ ਉਹਨਾਂ ਨੂੰ ਜੰਗਲ ਦੇ ਅੱਧੇ ਹਿੱਸੇ 'ਚ ਅੱਗ ਲੱਗੀ ਵਿਖਾਈ ਦਿੱਤੀ। ਐਵੇਂ ਉੱਥੇ ਧੂਆਂ ਹੋ ਗਿਆ। ਇਹ ਨਜ਼ਾਰਾ ਵੇਖ ਪੇਲੂ ਭਰਾ, ਪਿੰਟੂ ਅਤੇ ਦੁਖੀ ਦੇਵੀ ਦੇ ਨਾਲ ਜੰਗਲ ਦੇ ਸਾਰੇ ਜਾਨਵਰ ਵੀ ਡਰ ਗਏ। ਸਾਰਿਆਂ ਨੇ ਜਿਵੇਂ ਤਿਵੇਂ ਤਲਾਬ ਤੋਂ ਪਾਣੀ ਲਿਆ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਕਾਫੀ ਦੇਰ ਕੋਸ਼ਿਸ਼ ਕਰਨ ਤੋਂ ਬਾਅਦ ਅੱਗ ਬੁਝ ਗਈ ਕਿ ਉਦੋਂ ਹੀ ਸਾਰਿਆਂ ਨੇ ਵੇਖਿਆ ਕਿ ਜਿੱਥੇ ਅੱਗ ਲੱਗੀ ਹੋਈ ਸੀ ਉੱਥੇ ਇੱਕ ਅਣਜਾਣ ਸ਼ੇਰਨੀ ਬੇਹੋਸ਼ ਪਈ ਹੋਈ ਸੀ। ਇਹ ਵੇਖ ਕੇ ਸਾਰੇ ਡਰ ਗਏ। ਹੋਇਆ ਕੀ? ਇਹ ਸ਼ੇਰਨੀ ਦੀ ਹਾਲਤ ਤਾਂ ਬੜੀ ਮਾੜੀ ਲੱਗ ਰਹੀ ਹੈ। ਚਲੋ ਇਹਨੂੰ ਘਰ ਲੈ ਚਲਦੇ ਹਾਂ ਤਾਂ ਕਿ ਅਸੀਂ ਇਹਦਾ ਇਲਾਜ ਕਰ ਸਕੀਏ। ਹਾਂ ਪੇਲੂ ਭਰਾ, ਸਾਨੂੰ ਇਹਦੀ ਜਾਨ ਬਚਾਣੀ ਹੋਊਗੀ। ਸ਼ੇਰਨੀ ਨੂੰ ਚੱਕਣ ਦੀ ਹਿੰਮਤ ਸਿਰਫ ਪੇਲੂ ਭਰਾ 'ਚ ਹੀ ਸੀ। ਇਸ ਲਈ ਉਹਨੇ ਸ਼ੇਰਨੀ ਨੂੰ ਚੱਕ ਲਿਆ ਅਤੇ ਸਾਰੇ ਜਾਨਵਰਾਂ ਦੇ ਨਾਲ ਉਹਨੂੰ ਆਪਣੇ ਘਰ ਦੇ ਵੱਲ ਲੈ ਗਿਆ, ਜਿੱਥੇ ਸਾਰਿਆਂ ਨੇ ਮਿਲ ਕੇ ਸ਼ੇਰਨੀ ਦੀ ਦੇਖ-ਰੇਖ ਕੀਤੀ। ਕੁਝ ਹੀ ਦੇਰ 'ਚ ਉਹਨੂੰ ਹੋਸ਼ ਆਇਆ, ਜਿਹਦੇ ਬਾਅਦ ਸਾਰਿਆਂ ਨੇ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਡਾ ਨਾਂ ਕੀ ਹੈ ਭੈਣ? ਮੈਂ ਕਿੱਥੇ ਆ? ਤੁਸੀਂ ਸ਼ਿਕਾਰਪੁਰ ਜੰਗਲ ਵਿੱਚੋਂ। ਕਿਹੜਾ ਜੰਗਲ ਹੈ? ਮੈਂ ਤਾਂ ਕਦੀ ਇਹਦੇ ਬਾਰੇ ਸੁਣਿਆ ਹੀ ਨਹੀਂ। ਇਸ ਜੰਗਲ ਦੇ ਬਾਰੇ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਪਰ ਤੁਸੀਂ ਕੌਣ ਹੋ ਅਤੇ ਇਸ ਜੰਗਲ 'ਚ ਕਿਵੇਂ ਆਏ? ਮੇਰਾ ਨਾਮ ਬੁਲਬੁਲ ਹੈ। ਮੈਂ ਸ਼ਮਸ਼ਾਨ ਜੰਗਲ ਦੀ ਰਹਿਣ ਵਾਲੀ ਹਾਂ। ਕੱਲ ਰਾਤ ਮੇਰੇ ਪਿੱਛੇ ਕੁਝ ਗੁੰਡੇ ਪੈ ਗਏ ਸੀ ਤੇ ਉਹਨਾਂ ਤੋਂ ਬਚਦੇ ਮੈਂ ਸ਼ਾਇਦ ਇਸ ਜੰਗਲ ਵਿੱਚ ਆ ਗਈ। ਪਰ ਤੁਹਾਡੇ ਨੇੜੇ ਤੇੜੇ ਤਾਂ ਅੱਗ ਲੱਗੀ ਹੋਈ ਸੀ, ਉਹ ਕਿਵੇਂ ਹੋਇਆ? ਮੈਂ ਆਪਦੀ ਜਾਨ ਬਚਾਉਣ ਦੇ ਲਈ ਝਾੜੀਆਂ ਪਿੱਛੇ ਲੁਕ ਗਈ ਸੀ ਤੇ ਜਦ ਬਹੁਤ ਦੇਰ ਤੱਕ ਮੈਂ ਉਹਨਾਂ ਨੂੰ ਨਹੀਂ ਮਿਲੀ ਤੇ ਉਹਨਾਂ ਨੇ ਮੈਨੂੰ ਮਾਰਨ ਲਈ ਉੱਥੇ ਹੀ ਅੱਗ ਲਾ ਦਿੱਤੀ ਤਾਂ ਕਿ ਮੈਂ ਤੜਫ ਕੇ ਮਰ ਜਾ। ਉਹ ਏਦਾਂ ਕਿਉਂ ਕਰਨਗੇ? ਐ ਤਾਂ ਮੈਨੂੰ ਨਹੀਂ ਪਤਾ। ਬੁਲਬੁਲ ਦੀ ਗੱਲ ਸੁਣ ਸਾਰਿਆਂ ਨੂੰ ਉਹਦੇ ਤੇ ਬਹੁਤ ਤਰਸ ਆਉਣ ਲੱਗਾ ਤੇ ਉਹਦੇ ਬਾਅਦ ਸਾਰਿਆਂ ਨੇ ਬੁਲਬੁਲ ਨੂੰ ਉਦੋਂ ਤੱਕ ਉਹਨੂੰ ਉੱਥੇ ਹੀ ਰਹਿਣ ਦੀ ਇਜਾਜ਼ਤ ਦੇ ਦਿੱਤੀ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੀ। ਹੁਣ ਬੁਲਬੁਲ ਵੀ ਸਾਰਿਆਂ ਨਾਲ ਉੱਥੇ ਰਹਿਣ ਲੱਗ ਗਈ ਸੀ। ਏਦਾਂ ਹੀ ਕਾਫੀ ਦਿਨ ਲੰਘ ਗਏ। ਫਿਰ ਅਚਾਨਕ ਜੰਗਲ 'ਚ ਕਾਫੀ ਅਜੀਬ ਤਰ੍ਹਾਂ ਦੀ ਹਲਚਲ ਹੋਣ ਲੱਗੀ। ਰਾਤ ਹੋਣ ਤੇ ਜੰਗਲ ਤੋਂ ਬਹੁਤ ਅਜੀਬ ਤਰ੍ਹਾਂ ਦੀ ਆਵਾਜ਼ਾਂ ਆਉਣ ਲੱਗ ਜਾਂਦੀਆਂ ਸੀ, ਜਿਵੇਂ ਕਿ ਕਈ ਦਾ ਇਸਤੇਮਾਲ ਕਰਨ, ਸਮਾਨ ਦੇ ਇੱਧਰ ਉੱਧਰ ਕਰਨ ਦੀ ਆਵਾਜ਼ਾਂ ਅਤੇ ਹੋਰ ਵੀ ਕਈ ਸਾਰੀਆਂ ਆਵਾਜ਼ਾਂ। ਇਹ ਆਵਾਜ਼ਾਂ ਸਾਰਿਆਂ ਨੂੰ ਬਹੁਤ ਤੰਗ ਕਰ ਰਹੀਆਂ ਸੀ। ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਏਦਾਂ ਦਾ ਕੀ ਹੋ ਰਿਹਾ ਹੈ। ਕੱਲ ਦਾ ਪਤਾ ਲਗਾਉਣ ਦੇ ਲਈ ਸਾਰਿਆਂ ਨੇ ਇੱਕ ਦਿਨ ਫੈਸਲਾ ਲਿੱਤਾ ਕਿ ਇੱਕ ਦਿਨ ਉਹ ਜੰਗਲ 'ਚ ਚੱਕਰ ਲਗਾਉਣਗੇ। ਸਾਰੇ ਪੂਰੀ ਰਾਤ ਜੰਗਲ ਦੇ ਚੱਕਰ ਲਗਾਉਂਦੇ ਰਹੇ, ਪਰ ਉਹਨਾਂ ਨੂੰ ਕੁਝ ਵੀ ਅਜਿਹਾ ਨਾ ਮਿਲਿਆ ਜਿਹਦੇ ਤੋਂ ਉਹ ਪਤਾ ਲਗਾ ਸਕਣ ਕਿ ਇਹ ਆਵਾਜ਼ਾਂ ਕਿੱਥੋਂ ਆ ਰਹੀਆਂ ਨੇ। ਫਿਰ ਉਦੋਂ ਹੀ ਉਹਨਾਂ ਨੇ ਗੌਰ ਕੀਤਾ ਕਿ ਬੁਲਬੁਲ ਉਹਨਾਂ ਦੇ ਨਾਲ ਨਹੀਂ ਸੀ। ਓਏ, ਇਹ ਬੁਲਬੁਲ ਜੀ ਕਿੱਥੇ ਚਲੇ ਗਏ? ਹੁਣੇ ਤਾਂ ਸਾਡੇ ਨਾਲ ਹੀ ਸੀ ਅਤੇ ਅਚਾਨਕ ਕਿੱਥੇ ਚਲੀ ਗਈ? ਸਾਰੇ ਬੁਲਬੁਲ ਨੂੰ ਲੱਭਣ ਲੱਗ ਗਏ, ਪਰ ਉਹਦਾ ਕੁਝ ਅਤਾ ਪਤਾ ਨਾ ਚੱਲਿਆ। ਫਿਰ ਇੱਕ ਦਿਨ ਅਚਾਨਕ ਦੁਖੀ ਦੇਵੀ ਨੇ ਬੁਲਬੁਲ ਦੀ ਝਲਕ ਵੇਖੀ। ਉਹ ਉੱਥੋਂ ਹੀ ਨਿਕਲੀ ਜਿੱਥੇ ਉਹ ਸਾਰਿਆਂ ਨੂੰ ਉਸ ਦਿਨ ਮਿਲੀ ਸੀ, ਜਿੱਥੇ ਅੱਗ ਲੱਗੀ ਸੀ। ਇਹ ਵੇਖ ਕੇ ਸਾਰਿਆਂ ਨੂੰ ਬਹੁਤ ਹੈਰਾਨੀ ਹੋਈ ਕਿ ਬੁਲਬੁਲ ਉੱਥੇ ਕੀ ਕਰਦੀ ਪਈ ਹੈ। ਸਾਰਿਆਂ ਨੇ ਉਹਦਾ ਪਿੱਛਾ ਕੀਤਾ। ਪਿੱਛਾ ਕਰਦੇ ਸਾਰੇ ਅੱਗ ਵਾਲੀ ਥਾਂ ਤੇ ਪਹੁੰਚ ਗਏ। ਉੱਥੇ ਦੀ ਜ਼ਮੀਨ ਤੇ ਹੁਣੇ ਵੀ ਗਰਮੈਸ਼ ਸੀ। ਸਾਰਾ ਕੁਝ ਸਵਾਹ ਹੋਇਆ ਪਿਆ ਸੀ, ਪਰ ਐਵੇਂ 'ਚ ਬੁਲਬੁਲ ਪਤਾ ਨਹੀਂ ਕਿੱਥੇ ਚਲੀ ਗਈ ਸੀ। ਜੇ ਉਹ ਉੱਥੇ ਹੀ ਸੀ ਤੇ ਉਹ ਸਾਰਿਆਂ ਨੂੰ ਵਿਖਾਈ ਕਿਉਂ ਨਹੀਂ ਦੇਖ? ਆਖਿਰ ਬੁਲਬੁਲ ਕਿੱਥੇ ਜਾ ਰਹੀ ਸੀ? ਕੁਝ ਨਾ ਪਤਾ ਲੱਗਣ ਤੇ ਸਾਰੇ ਉੱਥੋਂ ਦੀ ਜਾਣ ਲੱਗੇ। ਉਦੋਂ ਹੀ ਪਿੰਟੂ ਦਾ ਪੈਰ ਇੱਕ ਖੱਡੇ ਵਿੱਚ ਫਸ ਗਿਆ, ਜਿਹਦੇ ਬਾਅਦ ਸਾਰੇ ਉਹਦਾ ਪੈਰ ਕੱਢਣ 'ਚ ਉਹਦੀ ਮਦਦ ਕਰਨ ਲੱਗੇ। ਪਰ ਪੇਲੂ ਭਰਾ ਨੂੰ ਕੁਝ ਮਹਿਸੂਸ ਹੋਇਆ। ਓਏ, ਇਹ ਕੋਈ ਖੱਡਾ ਨਹੀਂ,
ਇਹ ਤਾਂ ਰਾਹ ਹੈ। ਇੱਕ ਰਾਹ? ਇਹ ਕਿਵੇਂ ਹੋ ਸਕਦਾ ਹੈ? ਓਏ ਇਹ ਕਿ ਖੂਫੀਆ ਰਾਹ ਹੈ ਜਿਹੜਾ ਕਿਤੇ ਹੋਰ ਨਿਕਲ ਜਾਂਦਾ ਹੈ। ਸਾਨੂੰ ਇਹਦਾ ਪਤਾ ਲਾਉਣਾ ਚਾਹੀਦਾ ਹੈ। ਸਾਰੇ ਉਸ ਖੱਡੇ ਵਿੱਚ ਚਲੇ ਗਏ ਜਿੱਥੇ ਥੱਲੇ ਜਾਣ ਲਈ ਪੌੜੀਆਂ ਬਣਾਈਆਂ ਹੋਈਆਂ ਸੀ। ਥੱਲੇ ਦੇ ਪਾਸੇ ਜਾਂਦੇ ਹੋਏ ਸਾਰਿਆਂ ਨੇ ਵੇਖਿਆ ਕਿ ਉੱਥੇ ਕਿਸੇ ਤਰ੍ਹਾਂ ਦਾ ਵਪਾਰਿਕ ਕੰਮ ਚੱਲ ਰਿਹਾ ਹੈ ਅਤੇ ਅੰਦਰ ਜਾਣ ਤੇ ਸਾਰਿਆਂ ਨੇ ਬੁਲਬੁਲ ਨੂੰ ਵੇਖਿਆ ਜਿੱਥੇ ਉਹ ਕਿਸੇ ਨਾਲ ਗੱਲ ਕਰ ਰਹੀ ਸੀ, ਜਿਹਦੇ ਬਾਅਦ ਸਾਰੇ ਉਹਦੀ ਗੱਲ ਨੂੰ ਲੁਕ ਕੇ ਸੁਣਨ ਲੱਗੇ। ਇਹ ਜੰਗਲ ਵਾਲੇ ਤਾਂ ਬਹੁਤ ਹੀ ਪਾਗਲ ਨੇ। ਅਸੀਂ ਆਸਾਨੀ ਨਾਲ ਆਪਣਾ ਕੰਮ ਇੱਥੇ ਕਰ ਸਕਦੇ ਹਾਂ ਅਤੇ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲੇਗਾ। ਤੇ ਹਾਂ, ਇਹ ਆਵਾਜ਼ਾਂ ਕਰਨੀ ਬੰਦ ਕਰੋ। ਇਹ ਪਾਗਲ ਜਾਨਵਰ ਇੱਥੇ ਤੱਕ ਪਤਾ ਲਗਾਉਂਦੇ ਪਹੁੰਚ ਗਏ ਨੇ। ਪਾਗਲ ਨੇ ਪਰ ਐਨੇ ਵੀ ਨਹੀਂ। ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਸਾਡੇ ਰਾਜਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪੇਲੂ ਭਰਾ ਅਤੇ ਦੁਖੀ ਦੇਵੀ ਨੇ ਵੇਖਿਆ ਕਿ ਉੱਥੇ ਕਈ ਤਰ੍ਹਾਂ ਦੇ ਹਿਰਨ ਕੈਦ ਕੀਤੇ ਹੋਏ ਸੀ ਤੇ ਉਹਨਾਂ ਨੂੰ ਮਾਰਨ ਦੀ ਤਿਆਰੀ ਚੱਲ ਰਹੀ ਸੀ। ਧਿਆਨ ਨਾਲ ਵੇਖਣ ਤੇ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਸਾਰੇ ਹਿਰਨ ਇਹਨਾਂ ਦੇ ਜੰਗਲ ਦੇ ਹੀ ਸੀ। ਗੱਲ ਹੁਣ ਸਾਫ਼ ਸੀ। ਬੁਲਬੁਲ ਇਹ ਸਾਰੇ ਹਿਰਨ ਆਪਣੇ ਰਾਜਾ ਦੇ ਲਈ ਕੈਦ ਕਰ ਰਹੀ ਸੀ ਤਾਂ ਕਿ ਉਹ ਆਪਣੀ ਭੁੱਖ ਮਿਟਾ ਸਕਣ। ਪਰ ਸਾਰੇ ਸਾਹਮਣੇ ਪਰੇਸ਼ਾਨੀ ਵਾਲੀ ਗੱਲ ਇਹ ਸੀ ਕਿ ਕਿਵੇਂ ਕਰਕੇ ਉਹ ਜੰਗਲ ਦੇ ਹਿਰਨਾਂ ਨੂੰ ਬਚਾਣ। ਉਦੋਂ ਹੀ ਸਾਰਿਆਂ ਨੇ ਵੇਖਿਆ ਕਿ ਬੁਲਬੁਲ ਉੱਥੋਂ ਦੀ ਬਾਹਰ ਦੇ ਪਾਸੇ ਆਉਣ ਲੱਗੀ। ਮੌਕਾ ਲੱਗਦੇ ਹੀ ਸਾਰੇ ਲੁਕਦੇ ਉਹੀਓ ਰਾਹ ਤੋਂ ਬਾਹਰਲੇ ਪਾਸੇ ਆਣ ਲੱਗੇ ਅਤੇ ਬੁਲਬੁਲ ਨੂੰ ਲੱਭਣ ਦਾ ਡਰਾਮਾ ਕਰਨ ਲੱਗੇ ਕਿ ਉਦੋਂ ਹੀ ਬੁਲਬੁਲ ਪਿੱਛੋਂ ਦੀ ਆ ਗਈ। ਮੈਨੂੰ ਮਾਫ ਕਰ ਦਿਓ, ਮੈਂ ਰਾਹ ਭੁੱਲ ਗਈ ਸੀ। ਇਸ ਜੰਗਲ 'ਚ ਮੈਂ ਨਵੀਂ ਆ ਨਾ, ਤਾਂ ਹੀ ਮੈਨੂੰ ਇਹ ਰਾਹ ਦਾ ਪਤਾ ਨਹੀਂ ਲੱਗਦਾ ਪਿਆ ਸੀ। ਸਾਰਿਆਂ ਨੂੰ ਬੁਲਬੁਲ ਦੀ ਹਕੀਕਤ ਪਤਾ ਲੱਗ ਗਈ ਸੀ, ਪਰ ਸਾਰਿਆਂ ਨੂੰ ਚੁੱਪ ਰਹਿਣਾ ਹੀ ਸਹੀ ਲੱਗਾ ਤੇ ਬਿਨਾਂ ਕੁਝ ਕਹੇ ਸਾਰੇ ਬੁਲਬੁਲ ਦੇ ਨਾਲ ਆਪਣੇ ਆਪਣੇ ਘਰ ਦੇ ਰਾਹ ਤੇ ਚੱਲ ਪਏ। ਹੁਣ ਗੱਲ ਸਾਰਿਆਂ ਸਾਹਮਣੇ ਸਾਫ਼ ਸੀ, ਪਰ ਦਿੱਕਤ ਇਹ ਸੀ ਕਿ ਕਿਵੇਂ ਉਹ ਆਪਣੇ ਜੰਗਲ ਦੇ ਹਿਰਨਾਂ ਨੂੰ ਬਚਾਣਗੇ। ਕਾਫੀ ਰਾਤ ਹੋਣ ਤੋਂ ਬਾਅਦ ਤਿੰਨੋਂ ਹੀ ਆਪਣੇ ਘਰਾਂ ਤੋਂ ਬਾਹਰ ਆਏ ਅਤੇ ਕਿਵੇਂ ਆਪਣੇ ਜੰਗਲ ਦੇ ਜਾਨਵਰਾਂ ਨੂੰ ਇਸ ਮੁਸੀਬਤ ਤੋਂ ਬਚਾਉਣ ਇਹਦੇ ਬਾਰੇ ਗੱਲ ਕਰਨ ਲੱਗੇ। ਜਿਹਦੇ ਬਾਅਦ ਪਿੰਟੂ ਨੇ ਸਾਰਿਆਂ ਨੂੰ ਇੱਕ ਸੁਝਾਅ ਦਿੱਤਾ। ਉਹਦੇ ਬਾਅਦ ਪਿੰਟੂ ਦੀ ਗੱਲ ਸਾਰਿਆਂ ਨੂੰ ਸਹੀ ਲੱਗੀ ਅਤੇ ਤਿੰਨੋਂ ਹੀ ਖੂਫੀਆ ਰਾਹ ਤੇ ਨਿਕਲ ਗਏ। ਉੱਥੇ ਪਹੁੰਚਦੇ ਹੀ ਪਿੰਟੂ ਉਹਦੇ ਅੰਦਰ ਗਿਆ ਅਤੇ ਬੁਲਬੁਲ ਦੇ ਸਾਥੀਆਂ ਦਾ ਆਪਣੀ ਹਰਕਤਾਂ ਤੋਂ ਧਿਆਨ ਭਟਕਾਉਣ ਲੱਗਾ। ਧਿਆਨ ਭਟਕਦਾ ਵੇਖ ਦੁਖੀ ਦੇਵੀ ਤੇ ਪੇਲੂ ਭਾਈ ਅੰਦਰ ਆ ਗਏ। ਸਾਰੇ ਹਿਰਨਾਂ ਨੂੰ ਰਿਹਾ ਕਰ ਬਾਹਰ ਲੈ ਆਏ। ਉਦੋਂ ਹੀ ਜਦ ਬੁਲਬੁਲ ਦੇ ਸਾਥੀਆਂ ਨੂੰ ਇਹਦੇ ਬਾਰੇ ਪਤਾ ਚੱਲਿਆ ਤੇ ਉਹ ਸਿੱਧਾ ਬੁਲਬੁਲ ਕੋਲ ਆ ਗਏ। ਗੱਲ ਦਾ ਪਤਾ ਲਗਾਉਣ ਦੇ ਲਈ ਜਦ ਬੁਲਬੁਲ ਘਰ ਤੋਂ ਬਾਹਰ ਆਈ ਤੇ ਉਹਨੇ ਵੇਖਿਆ, ਓਏ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ। ਜਿਸ ਗੱਲ ਦਾ ਪਤਾ ਤੁਸੀਂ ਲਾਉਣਾ ਚਾਹੁੰਦੇ ਹੋ ਉਹਦਾ ਪਤਾ ਇੱਥੇ ਹੀ ਲੱਗ ਜੂਗਾ। ਬੁਲਬੁਲ ਬਹੁਤ ਘਬਰਾ ਰਹੀ ਸੀ। ਆਪਣੀ ਹਰਕਤਾਂ ਦਾ ਪਤਾ ਲੱਗਦਾ ਵੇਖ ਉਹਨੂੰ ਉੱਥੋਂ ਭੱਜਣਾ ਹੀ ਸਹੀ ਲੱਗਾ। ਬੁਲਬੁਲ ਉੱਥੋਂ ਦੀ ਆਪਣੇ ਸਾਥੀਆਂ ਨਾਲ ਆਪਣੀ ਜਾਨ ਬਚਾ ਭੱਜ ਗਈ। ਗੱਲ ਹੁਣ ਪਾਣੀ ਦੀ ਤਰ੍ਹਾਂ ਸਾਫ਼ ਸੀ ਕਿ ਬੁਲਬੁਲ ਇੱਕ ਚਲਾਕ ਸ਼ੇਰਨੀ ਸੀ ਜੋ ਇੱਥੇ ਹਿਰਨਾਂ ਦਾ ਸ਼ਿਕਾਰ ਕਰਨ ਆਈ ਸੀ, ਜਿਹਦਾ ਪਤਾ ਜਦ ਸਾਰਿਆਂ ਨੂੰ ਲੱਗਾ ਤੇ ਨਾਲ ਰਹਿ ਕੇ ਸਾਰਿਆਂ ਨੇ ਉਹਦਾ ਡਟ ਕੇ ਸਾਹਮਣਾ ਕੀਤਾ ਤੇ ਐਸੀ ਤਰ੍ਹਾਂ ਪਿੰਟੂ, ਪੇਲੂ ਭਾਈ ਅਤੇ ਦੁਖੀ ਦੇਵੀ ਨੇ ਆਪਣੇ ਜੰਗਲ ਦੇ ਵਾਸੀਆਂ ਦੀ ਜਾਨ ਬਚਾਈ ਅਤੇ ਸਾਰਿਆਂ ਦੀ ਮਦਦ ਕਰਨ ਲਈ ਜੰਗਲ ਵਾਸੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਫਿਰ ਇੱਕ ਵਾਰ ਸ਼ਿਕਾਰਪੁਰ ਜੰਗਲ 'ਚ ਖੁਸ਼ੀਆਂ ਦਾ ਮਾਹੌਲ ਬਣ ਗਿਆ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।